Hello students, once again welcome to my YouTube channel. Today I am discuss about to the class 10th. This is the third part of this video. In this session I am discuss about to the long questions of the lesson second, land. In this lesson I will explain the important questions. Which one is the fifth? Give to the detailed description of the size, origin and regional divisions of India northern plains. ਤੇ ਇਹਦੇ ਵਿੱਚ ਤੁਸੀਂ ਕੀ ਆ ਡਿਟੇਲ ਡਿਸਕ੍ਰਿਪਸ਼ਨ ਦੇਣੀ ਹੈ ਇੰਡੀਆ ਦੇ ਸਾਈਜ਼ ਦੇ ਬਾਰੇ, ਉਹਦੇ ਓਰੀਜਨ ਦੇ ਬਾਰੇ ਤੇ ਉਹਦੇ ਰੀਜਨਲ ਜਿਹੜੇ ਖੇਤਰੀ ਜਿਹੜੀਆਂ ਵਿਭਿੰਨਤਾਵਾਂ ਮਿਲਦੀਆਂ ਨੇ ਉਹਦੇ ਬਾਰੇ ਤੇ ਨਾਰਥਰਨ ਪਲੇਨ ਬਾਰੇ। ਐਕਸਟੈਂਡ ਆਨਸਰ ਹੈ ਐਕਸਟੈਂਡ ਦੀ ਆ ਗ੍ਰੇਟਰ ਪਲੇਨ ਆਫ ਟੂ ਦੀ ਐਕਸਟੈਂਡ ਟੂ ਦੀ ਬਿਟਵੀਨ ਟੂ ਦੀ ਹਿਮਾਲਿਆਜ਼ ਐਂਡ ਪੈਨੀਸੂਲਾ ਪਲੇਟਿਊਜ਼। ਇਹ ਕੀ ਆ ਗ੍ਰੇਟਰ ਪਲੇਨ ਜਿਹੜਾ ਵਾ ਉਹ ਐਕਸਪੈਂਡ ਕਰ ਜਾਂਦਾ ਵਾ ਹਿਮਾਲਿਆ ਤੋਂ ਲੈ ਕੇ ਪੈਨੀਸੂਲਾ ਪਲੇਟੂ ਤੱਕ। It is 32 kilometers long and 150 to 300 kilometer wide। ਉਹ ਕੀ ਆ 3200 ਕਿਲੋਮੀਟਰ ਤੱਕ ਲੰਬਾ ਵਾ ਤੇ 150 ਤੋਂ ਲੈ ਕੇ 300 ਕਿਲੋਮੀਟਰ ਤੱਕ ਵਾਈਡ ਆ। ਇਟ ਇਜ਼ ਦਾ ਐਵਰੇਜ ਰੇਂਜ ਆਫ ਹਾਈਟ ਇਜ਼ ਦੀ ਆ 150 ਮੀਟਰਸ, ਉਹਦੀ 150 ਮੀਟਰ ਤੱਕ ਉਹਦੀ ਹਾਈਟ ਆ। ਤੇ ਇਟ ਇਜ਼ ਦਾ ਕਵਰ ਵਿਦ ਦੀ ਏਰੀਆ ਆਫ ਟੂ ਦੀ ਆ 7.5 ਲੱਖ ਸਕੁਅਰ ਕਿਲੋਮੀਟਰ। ਵੀ ਉਹ ਕੀ ਆ ਉਹਨੇ ਏਰੀਆ ਕਵਰ ਕੀਤਾ ਆ 7.5 ਲੱਖ ਸਕੁਅਰ ਕਿਲੋਮੀਟਰ ਦਾ ਏਰੀਆ ਕੀਤਾ ਆ। ਇਹ ਐਰੇਬਲੀਅਮ ਫਿਲਡ ਥਰੂ ਇਹਦੇ ਵਿੱਚ ਐਰੇਬਲੀਅਮ ਫਿਲਡ ਕੀਤਾ ਹੋਇਆ ਵਾ। It is found with the deposit of to the sedimental about from to the Himalayas by the Ganga, Satluj and other rivers। ਇਹ ਕੀ ਹੈ ਤਾਂ ਕਰਕੇ ਬਣਿਆ ਵਾ ਇਹਦੇ ਜਿਹੜੇ ਨਦੀਆਂ ਦੁਆਰਾ ਜਿਹੜੀਆਂ ਹਿਮਾਲਿਆ ਦੇ ਉੱਤੇ ਨਦੀਆਂ ਆ ਕੇ ਗਿਰਦੀਆਂ ਜਿਵੇਂ ਗੰਗਾ ਸਤਲੁਜ ਤੇ ਹੋਰ ਰਿਵਰਸ ਉਹਦੇ ਕਰਕੇ ਬਣਿਆ ਵਾ। ਇਹਦੀ ਮੇਨ ਕਰੈਕਟਰਿਸਟਿਕਸ ਕੀ ਆ? ਇਟ ਇਜ਼ ਦਾ ਡੈਡ ਫਲੈਟ ਲੋ ਲੈਂਡ। ਇਹ ਕੀ ਆ ਡੈਡ ਫਲੈਟ ਸੀਗੀ ਤੇ ਇਹ ਲੋਅਰ ਲੈਂਡ ਦੀ ਬਾਅਦ ਵਿੱਚ ਇਹਦੀ ਮੈਕਸਿਮਮ ਜਿਹੜੀ ਹਾਈਟ ਆ ਉਹ ਸੀ ਲੈਵਲ ਤੋਂ 263 ਮੀਟਰ ਤੱਕ ਆ। ਇਹਦੀ ਜਿਹੜੀ ਜੈਂਟਲੀ ਗ੍ਰੇਡੀਅੰਟ ਜਿਹੜੀ ਆ 1/4 ਮੀਟਰ ਪਰ ਕਿਲੋਮੀਟਰ ਸਕੁਅਰ ਹੈ, ਜਾਣੀ ਕਿ ਇਹਦੀ ਜਿਹੜੀ ਹਾਈਟ ਹੋਊਗੀ ਉਹਦਾ 1/4 ਹਿੱਸਾ ਵਾ। ਦੀ ਹਿਊਜ ਡੈਪਥ ਆਫ ਟੂ ਦੀ ਐਲੂਵੀਅਮਸ। ਇਹਦੇ ਵਿੱਚ ਕੀ ਆ ਇਹਦੀ ਜਿਹੜੀ ਡੂੰਘਾਈ ਆ ਉਹ ਕਾਫੀ ਵੱਡੀ ਆ ਜਾਂ ਕਹਿ ਦਿਓ ਵੀ ਡੂੰਘੀ ਆ। ਇਹਦੇ ਵਿੱਚ ਲਾਰਜ ਨੰਬਰ ਆਫ ਰਿਵਰ ਜਿਹੜੀਆਂ ਫਲੋ ਕਰਦੀਆਂ ਨੇ ਉਹਦਾ ਪਲੇਨ ਜਿਹੜਾ ਵਾ ਉਹ ਇੱਥੇ ਆ ਕੇ ਡਿਵਾਈਡ ਹੋ ਜਾਂਦਾ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਦੁਆਬਸ ਕਹਿ ਦਿੰਦੇ ਹਾਂ। ਇੱਥੇ ਜਿਹੜੀ ਫਰਟਾਈਲ ਰਿਵਰ ਲਿਆ ਕੇ ਜਿਵੇਂ ਐਲੂਵਲ ਸੋਇਲ ਆ, ਐਲੀਵਲ ਸੋਇਲ ਜਿਹੜੀ ਆ ਉਹ ਜਿਵੇਂ ਖੱਦਰ ਤੇ ਬਾਂਕਰ ਇਹ ਜਿਹੜੀਆਂ ਮਿੱਟੀਆਂ ਨੇ ਉੱਥੇ ਬਣਦੀਆਂ ਨੇ। ਡਿਵੀਜ਼ਨ ਆਫ ਟੂ ਦੀ ਨਾਰਥਰਨ ਪਲੇਨ, ਜਿਹੜਾ ਨਾਰਥਰਨ ਪਲੇਨ ਆ ਉਹ ਕਿਸ ਤਰੀਕੇ ਨਾਲ ਡਿਵੀਜ਼ਨ ਕੀਤਾ ਗਿਆ ਹੈ? ਬੰਗਰ ਤੇ ਤਰਾਈ ਦਾ ਏਰੀਆ ਵਾ ਜਿਹੜਾ ਕਿ ਲੌਂਗੈਸਟ ਤੇ ਨੈਰੋ ਜ਼ੋਨ ਦੇ ਵਿੱਚ ਆਉਂਦਾ ਵਾ। ਤੇ ਇਹਦੇ ਵਿੱਚ ਕੀ ਆ ਫੁੱਟ ਹਿਲ ਬਣਿਆ ਹੋਇਆ ਵਾ। ਇਹ ਪੈਡਲਸਟਲ ਜ਼ੋਨਸ ਵੀ ਜਾਣੀ ਕਿ ਤੁਰਨ ਵਾਸਤੇ ਪਗਡੰਡੀਆਂ ਦੇ ਲਈ ਇੱਕ ਪਗਡੰਡੀ ਤਰ੍ਹਾਂ ਇੱਕ ਕੀ ਆ ਇੱਕ ਛੋਟੀ ਜਿਹੀ ਫੁੱਟ ਹਿਲ ਬਣੀ ਹੋਈ ਆ, ਜਿਹਦੇ ਵਿੱਚ ਇੱਥੇ ਕੀ ਆ ਸਾਰੇ ਇੱਕ ਵਧੀਆ ਤੇ ਉਪਜਾਊ ਏਰੀਆ ਬਣਦਾ ਵਾ ਜਿਹਨੂੰ ਅਸੀਂ ਤਰਾਈ ਦੇ ਵਿੱਚ ਆਉਂਦਾ ਵਾ, ਜਿਹਨੂੰ ਕਿਹਾ ਜਾਂਦਾ ਸਵਾਮੀਤੀ, ਜਿਹੜਾ ਕਿ ਤਰਾਈ ਦੇ ਏਰੀਆ ਵਿੱਚ ਆਉਂਦਾ ਵਾ। ਪੰਜਾਬ ਦੇ ਪਲੇਨ, ਜਿਹੜਾ ਪੰਜਾਬ ਦਾ ਪਲੇਨ ਕਿਵੇਂ ਬਣਿਆ? ਦਿਸ ਇਜ਼ ਦਾ ਸਲੋਪ ਆਫ ਟੂ ਦੀ ਆ ਇਨ ਦੀ ਆ ਸਮਿਥ ਵੈਸਟ ਸਾਊਥ ਵੈਸਟ ਡਾਇਰੈਕਸ਼ਨ। ਇਹ ਸਾਊਥ ਵੈਸਟ ਡਾਇਰੈਕਸ਼ਨ ਦੇ ਵਿੱਚ ਇਹ ਬਣੀ ਹੋਈ ਆ। ਇਟ ਵਾਜ਼ ਅ ਫਾਊਂਡ ਟੂ ਦੀ ਡਿਪੋਜ਼ਿਟ ਆਫ ਟੂ ਦੀ ਸੈਡੀਮੈਂਟਲਸ ਆਫ ਟੂ ਦੀ ਰਾਵੀ ਬਿਆਸ ਸਤਲੁਜ ਰਿਵਰ। ਇਹਦੇ ਵਿੱਚ ਜਿਹੜੇ ਇਹ ਤਾਂ ਕਰਕੇ ਪਲੇਨ ਬਣੇ ਨੇ, ਇਹ ਜਿਹੜੀ ਰਾਵੀ ਬਿਆਸ ਤੇ ਸਤਲੁਜ ਦੁਆਰਾ ਲਿਆਂਦੇ ਗਏ ਮਿੱਟੀ ਹੁੰਦੀ ਆ ਉੱਥੇ ਵਿਚਦੀ ਤੇ ਚੌਲਸ ਦੀ ਸੀਜ਼ਨਲ ਸਟਰੀਮਸ ਵੀ ਜਿਹੜੇ ਚੌਲਸ ਜਿਹੜੇ ਹੈਗੀ ਆ ਸੀਜ਼ਨਲ ਜਾਣੀ ਕਿ ਝਰਨਾ ਜਿਹੜਾ ਵਾ ਉਹ ਸੀਜ਼ਨ ਦੇ ਵਿੱਚ ਪੈਂਦਾ ਵਾ, ਉਹਦੇ ਵਿੱਚ ਜਿਹੜੀਆਂ ਇਹ ਮਿੱਟੀ ਦੀ ਰਿਕਸ਼ਨ ਹੋ ਜਾਂਦੀ ਹੈ ਤਾਂ ਕਰਕੇ ਇੱਥੇ ਕੀ ਆ ਫੁੱਟ ਹਿਲ ਬਣ ਗਈ ਹੈ ਸ਼ਿਵਾਲਿਕ ਦੀ। ਹੁਣ ਇੱਥੇ ਸ਼ਿਵਾਲਿਕ ਦੀ ਵੀ ਇੱਕ ਫੁੱਟ ਹਿਲ ਬਣ ਗਈ। ਨੈਕਸਟ ਹੈਗਾ ਗੰਗਾ ਪਲੇਨ। ਇਹ ਜਿਹੜਾ ਪਲੇਨ ਹੈ ਇਹ ਕੀ ਆ ਸੈਡੀਮੈਂਟਲ ਡਿਪੋਜ਼ਿਟ ਜਿਹੜਾ ਡਿਪੋਜ਼ਿਟ ਕਰਾਉਂਦੀ ਹੈ ਗੰਗਾ ਰਿਵਰ ਤੇ ਉਹਦੀਆਂ ਜਿਹੜੀਆਂ ਹੋਰ ਸਹਾਇਕ ਨਦੀਆਂ ਨੇ ਉੱਥੇ ਲਿਆ ਕੇ ਵਿਛਾਉਂਦੀਆਂ ਨੇ। ਇਹ ਤਿੰਨ ਤਰ੍ਹਾਂ ਦੇ ਰੀਜਨ ਬਣੇ ਗਏ ਨੇ ਜਿਵੇਂ ਅੱਪਰ ਗੰਗਾ ਪਲੇਨ, ਮਿਡਲ ਗੰਗਾ ਪਲੇਨ ਤੇ ਲੋਅਰ ਗੰਗਾ ਪਲੇਨ। ਇਹਦਾ ਜਿਹੜਾ ਏਰੀਆ ਵਾ ਉਹ ਕਿੰਨਾ ਵਾ 3.5 ਲੱਖ ਸਕੁਅਰ। ਇਹ 3 ਲੱਖ ਸਕੁਅਰ ਦੇ ਵਿੱਚ ਇਹਦਾ ਬਣਿਆ ਹੋਇਆ। ਸੁੰਦਰਬਨ ਜਿਹੜਾ ਡੈਲਟਾ ਵਾ ਉਹ ਇਹਦੇ ਵਿੱਚ ਲੋਅਰ ਗੰਗਾ ਪਲੇਨ ਦੇ ਵਿੱਚੋਂ ਬਣਦਾ ਵਾ ਤੇ ਸਭ ਤੋਂ ਉਪਜਾਊ ਮੰਨਿਆ ਜਾਂਦਾ ਵਾ। ਨੈਕਸਟ ਹੈਗਾ ਬ੍ਰਹਮਪੁੱਤਰਾ ਪਲੇਨਸ। ਵੀ ਜਿਹੜਾ ਬ੍ਰਹਮਪੁੱਤਰਾ ਰਿਵਰ ਜਿਹੜੀ ਈਸਟਰਨ ਪਾਰਟ ਤੋਂ ਆਉਂਦੀ ਆ ਤੇ ਇਹਨੂੰ ਕੀ ਕਿਹਾ ਜਾਂਦਾ? ਅਸਾਮ ਵੈਲੀ ਵੀ ਕਿਹਾ ਜਾਂਦਾ ਵਾ। ਇਹ ਜਿਹੜੀ ਰਿਵਰ ਲੈ ਕੇ ਆਉਂਦੀ ਹੈ ਇਹ ਲਾਰਜੈਸਟ ਡੈਲਟਾ ਬਣਾਉਂਦੀ ਹੈ ਜਿਹੜੀ ਕਿ ਬੰਗਲਾਦੇਸ਼ ਦੇ ਵਿੱਚ ਬਣਦਾ ਵਾ। ਨੈਕਸਟ ਹੈਗਾ ਵਾ ਦੀ ਗ੍ਰੇਟਰ ਇੰਡੀਅਨ ਡੈਜ਼ਰਟ ਪਲੇਨ ਆਫ ਟੂ ਦੀ ਵੈਸਟ। ਇਹਦੇ ਵੈਸਟ ਦੇ ਵਿੱਚ ਕੀ ਆ ਗ੍ਰੇਟਰ ਡੈਜ਼ਰਟ ਪਲੇਨ ਆ ਜਿਹੜਾ ਕਿ ਰਾਜਸਥਾਨ ਦੇ ਵਿੱਚ ਪੈਂਦਾ ਵਾ। ਇਹ ਵੈਸਟਰਨ ਏਰੀਆ ਪਾਰਟ ਆਫ ਇੰਡੀਆ ਰਾਵਲੀਅਰ ਮਾਊਂਟੇਨਸ ਦੇ ਵਿੱਚ ਬਣਦੀ ਆ ਤੇ ਇੱਥੇ ਕੀ ਆ ਸੈਂਡ ਲੈਂਡ ਮਿਲਦੀ ਹੈ ਯਾਨੀ ਕਿ ਰੇਤਲੀ ਮਿੱਟੀ 'ਚ ਮਿਲਦੀ ਹੈ ਤਾਂ ਕਰਕੇ ਇਹਨੂੰ ਥਾਰ ਡੈਜ਼ਰਟ ਕਿਹਾ ਜਾਂਦਾ ਵਾ। ਇਹਦੇ ਵਿੱਚ ਬਹੁਤ ਘੱਟ ਮੀਂਹ ਪੈਂਦਾ ਵਾ ਤੇ ਇਹਦੇ ਵਿੱਚ ਐਗਰੀਕਲਚਰ ਡਿਵੈਲਪ ਕਰਨਾ ਬਹੁਤ ਔਖਾ ਵਾ। ਇਹ ਤੋਂ ਇਲਾਵਾ ਹੋਰ ਕਿਹੜਾ ਵਾ ਸਾਲਟੀ ਵਾਟਰ ਦੇ ਲੇਕਸ ਮਿਲਦੇ ਆ ਜਿਵੇਂ ਸੰਬਨ ਆ, ਦੀਵਾਨਾਜ਼ਾ, ਪੰਚਪੰਦਰਾ। ਇਹ ਜਿਹੜੀਆਂ ਨੇ ਇੱਥੇ ਕੀ ਆ ਕਾਫੀ ਸਾਲਟ ਜ਼ਿਆਦਾ ਮਿਲਦਾ ਵਾ ਤਾਂ ਕਰਕੇ ਇਹਦੇ ਪਾਣੀ ਦੇ ਵਿੱਚ ਇੱਥੇ ਖੇਤੀ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਵਾ। ਇਹ ਫਾਰਮੇਸ਼ਨ ਆਫ ਟੂ ਦੀ ਆ ਨਾਰਥਰਨ ਪਲੇਨ ਵੀ ਕਿਵੇਂ ਇੱਥੇ ਬਣਿਆ ਵਾ? ਨਾਰਥਰਨ ਪਲੇਨ ਜਿਹੜਾ ਵਾ ਉਹ ਹਿਮਾਲਿਆ ਤੇ ਪੈਨੀਸੂਲਾ ਜਿਹੜਾ ਇੰਡੀਆ ਦੀ ਸ਼ੇਪ ਆ ਉਹਦੇ ਵਿੱਚ ਇਹ ਰਿਲਾਈ ਕਰਦਾ ਵਾ ਤੇ ਇਹਦੇ ਵਿੱਚ ਜਿਹੜਾ ਵਾ ਇਹਦੀ ਜਿਹੜੀ ਡਿਪਰੈਸ਼ਨ ਆ ਜਿਹੜੀ ਕੀ ਆ ਥੇਲ ਸੀਜ਼
ਜਿਹੜਾ ਕਿ ਅਸੀਂ ਪੜ੍ਹਿਆ ਸੀ ਵੀ ਜਿਹੜਾ ਹਿਮਾਲਿਆ ਉਹ ਕਿਵੇਂ ਬਣਿਆ ਸੀ, ਥੇਲਸ ਰਿਵਰ ਦੇ ਦੁਆਰਾ ਬਣਿਆ ਸੀ। ਉਹਦੇ ਡਿਪਰੈਸ਼ਨ ਦੇ ਅੰਡਰ ਆਉਣ ਕਰਕੇ ਇਹ ਏਰੀਆ ਬਣਿਆ। ਤੇ ਜਿਹੜਾ ਹਿਮਾਲਿਆ ਦੇ ਵਿੱਚ ਜਿਹੜੀ ਇਹ ਰਿਵਰ ਸੀਗੀਆਂ ਇਹ ਅਲਟਰ ਕਰਕੇ ਹਿਮਾਲਿਆ ਦੇ ਵਿੱਚ ਇੱਕ ਹਿਊਜ ਅਮਾਊਂਟ ਦੇ ਵਿੱਚ ਇੱਥੇ ਕੀ ਆ ਮਿੱਟੀ ਇਕੱਠੀਆਂ ਕਰਦੀਆਂ ਰਹੀਆਂ, ਜਿਹਦੇ ਕਰਕੇ ਇਹ ਜਿਹੜੀ ਬਾਅਦ ਵਿੱਚ ਜਿਹੜੀ ਥੇਲ ਸੀ ਇਹਦਾ ਸ਼ਰਿੰਕਿੰਗ ਕਰਨ ਲੱਗ ਗਈ ਜਾਂ ਘਟਣ ਲੱਗ ਗਈ। ਇਹਦੇ ਡਿਪਰੈਸ਼ਨ ਕਰਕੇ ਕੀ ਆ ਨਾਰਥਰਨ ਪਲੇਨ ਜਿਹੜੇ ਨੇ ਉਹ ਬਣਨੇ ਸਟਾਰਟ ਹੋ ਗਏ। ਇਹਦੇ ਵਿੱਚ ਜ਼ਿਆਦਾਤਰ ਜਿਹੜੀ ਡਿਪੋਜ਼ਿਟ ਮਿੱਟੀ ਆ ਉਹ ਗੰਗਾ ਡੈਲਟਾ ਦੀ ਆ, ਉਹ ਬੰਗਲਾਦੇਸ਼ ਦੇ ਵਿੱਚ ਬਣਦੀ ਆ ਤੇ ਕੰਟੀਨਿਊਸਲੀ ਉੱਥੇ ਡਿਪੋਜ਼ਿਟ ਕਰਦੀ ਰਹਿੰਦੀ ਆ ਤੇ ਡੈਲਟਾ ਜਿਹੜਾ ਵਾ ਐਡਵਾਂਸ ਟੂਵਰਡਸ ਹੋ ਗਿਆ, ਯਾਨੀ ਕਿ ਸੀ ਦੇ ਲੈਵਲ ਤੋਂ ਇਹ ਉੱਪਰ ਉੱਠਣ ਲੱਗ ਗਿਆ। ਨੈਕਸਟ ਜਿਹੜਾ ਵਾ ਲੈਸਨ ਹੈਗਾ ਵਾ ਵਟ ਇਜ਼ ਟੂ ਦੀ ਐਕਸਟੈਂਸ਼ਨ ਐਂਡ ਸਰਫੇਸ ਫਾਰਮੇਸ਼ਨ ਆਫ ਟੂ ਦੀ ਪੈਨੀਸੂਲਾ plateaus and describe to the division of to the basis of to the slope of land। ਵੀ ਜਿਹੜਾ ਵਾ ਸਾਡਾ ਜਿਹੜਾ ਐਕਸਟੈਂਸ਼ਨ ਕਿਵੇਂ ਬਣੀ ਆ ਤੇ ਫਾਰਮੇਸ਼ਨ ਪੈਨੀਸੂਲਾ ਜਿਹੜਾ ਪਲੈਟਿਊਜ਼ ਨੇ ਕਿਵੇਂ ਬਣੇ ਨੇ ਇਹਦੇ ਡਿਸਕ੍ਰਾਈਬ ਕਰਨੀ ਹੈ, ਇਹਦੀ ਸਬ ਡਿਵੀਜ਼ਨ ਕਿਵੇਂ ਹੋਈ ਆ ਤੇ ਇਹਦੀ ਸਲੋਪ ਬਾਰੇ ਦੱਸਣਾ ਵਾ। ਵੀ ਜਿਹੜੀ ਪੈਨੀਸੂਲਾ ਪਲੈਟਿਊਜ਼ ਆ ਉਹ ਡੈਜ਼ਰਟ ਪਲੈਟਿਊ ਮੰਨਿਆ ਜਾਂਦਾ ਵਾ। ਇਹ ਓਲਡੈਸਟ ਸਟਰਕਚਰ ਆ ਇੰਡੀਆ ਦੇ ਵਿੱਚ ਤੇ ਇਹਦੇ ਜਿਹੜੇ ਕੋਰ ਦੇ ਵਿੱਚ ਆ ਉਹ ਜੀਓਲੋਜੀਕਲ ਆਫ ਇੰਡੀਆ, ਇਹਦੀ ਜਿਹੜੀ ਕੋਰ ਆ ਉਹ ਕੀ ਆ ਸਾਡੇ ਜੀਓਲੋਜੀਕਲ ਇੰਡੀਆ ਦੇ ਵਿੱਚ ਬਣਦੀ ਆ। ਇਹ ਕੀ ਆ ਇਹ ਇਹਦੇ ਜਿਹੜੇ ਅਰਾਊਂਡਸ ਕੀ ਆ ਸਾਰੇ ਪਾਸੇ ਕੀ ਆ ਤਿੰਨ ਰਿਵਰਾਂ ਦਾ ਯਾਨੀ ਕਿ ਤਿੰਨ ਮਹਾਸਾਗਰਾਂ ਨਾਲ ਘਿਰੀ ਹੋਈ ਆ। ਦੇਅਰਫੋਰ ਇਟ ਇਜ਼ ਆਫਟਰ ਇਜ਼ ਕਾਲਡ ਟੂ ਦੀ ਪੈਨੀਸੂਲਾ, ਤਾਂ ਕਰਕੇ ਇਹਨੂੰ ਪੈਨੀਸੂਲਾ ਪਲੈਟਿਊਜ਼ ਕਿਹਾ ਜਾਂਦਾ ਵਾ। ਇਹ ਕਵਰਡ ਏਰੀਆ ਕੀ ਹੁੰਦਾ ਵਾ ਇਹਦੇ ਵਿੱਚ ਆਉਂਦਾ ਵਾ 16 ਲੱਖ ਸਕੁਅਰ ਏਰੀਆ ਇਹ ਕਵਰ ਕਰਦੀ ਆ ਤੇ ਇਹਦਾ ਐਵਰੇਜ ਲੈਟੀਟਿਊਡਸ ਕੀ ਆ ਪਲੈਟਿਊਜ਼ ਤੋਂ ਵੇਰੀ ਕਰਦੀ ਹੋਈ ਇਹ 600 ਤੋਂ 900 ਮੀਟਰ ਤੱਕ ਉੱਚੀ ਚਲੀ ਜਾਂਦੀ ਆ। ਤੇ ਇਹਦੇ ਵਿੱਚ ਕੀ ਆ ਇਹਦੇ ਨਾਲ ਕਈ ਹੋਰ ਚੀਜ਼ਾਂ ਵੀ ਲਿੰਕਡ ਹੋਈਆਂ ਨੇ, ਜਿਵੇਂ ਅਰਾਵਲੀ ਪਰਬਤ ਤੇ ਨਾਰਥਨ ਦੇ ਵਿੱਚ ਆ ਗਿਆ ਰਾਜ ਮਹਿਲ ਜਿਹੜੇ ਹਿਲਸ ਨੇ ਤੇ ਸ਼ਿਵਾਲਿਕ ਸ਼ਿਲੌਂਗਸ ਦੇ ਪਲੈਟਿਊਜ਼ ਜਿਹੜੇ ਨੇ ਉਹਦੇ ਈਸਟ ਦੇ ਵਿੱਚ ਪੈਂਦੇ ਆ। ਇਹ ਤੋਂ ਬਿਨਾਂ ਇਹਦੇ ਵਿੱਚ ਇੱਕ ਗੈਪ ਕ੍ਰੀਏਟ ਕੀਤਾ ਹੋਇਆ ਰਾਜ ਮਹਿਲ ਹਿਲਸ ਦੇ ਵਿੱਚ ਤੇ ਸ਼ਿਲੌਂਗਸ ਪਲੈਟਿਊਜ਼ ਦੇ ਵਿੱਚ ਜਿਹੜਾ ਸਾਊਥ ਦੇ ਵਿੱਚ ਇੱਕ ਪੁਆਇੰਟ ਕਰਦੀ ਹੁੰਦੀ ਆ ਤਾਂ ਉਹ ਇਹ ਸਾਊਥਰਨ ਪਾਸ ਦੇ ਵਿੱਚ ਇਹਦਾ ਜ਼ਿਆਦਾਤਰ ਪੁਆਇੰਟ ਰਹਿੰਦਾ ਵਾ, ਤਾਂ ਕਰਕੇ ਇਹ ਕੰਨਿਆ ਕੁਮਾਰੀ ਇਹਨੂੰ ਕਿਹਾ ਜਾਂਦਾ ਵਾ। ਉੱਥੇ ਕੀ ਆ ਏਨਸ਼ੀਐਂਟ ਤੇ ਸਟੇਬਲ ਹਾਰਡ ਜਿਹੜੇ ਬਲੌਕਸ ਮਿਲਦੇ ਆ ਇਗਨੀਅਸ ਤੇ ਮੈਟਾਫੋਲਿਕ ਰੌਕਸ ਦੇ। ਤੇ ਇਹਦੇ ਵੈਸਟ ਪਾਰਟ ਦੇ ਵਿੱਚ ਕੀ ਆ ਗੋਦਾਵਨ ਲੈਂਡ ਵੀ ਪੈਂਦੀ ਆ। ਨੈਕਸਟ ਹੈਗਾ ਵੀ ਇਹਦੀ ਡਿਵੀਜ਼ਨ ਕਿਵੇਂ ਹੋਈ ਆ ਪੈਨੀਸੂਲਰ ਦੀ। ਇਹ ਜਿਹੜੀ ਇੱਕ ਸੀਰੀਜ਼ ਬਣੀ ਹੋਈ ਆ ਇਹਦੇ ਵਿੱਚ ਲੋ ਹਿਲ ਨੂੰ ਕੀ ਕਿਹਾ ਜਾਂਦਾ ਸਪਤਪੁਰਾ ਰੇਂਜ ਕਿਹਾ ਜਾਂਦਾ ਵਾ, ਜਿਹੜੀ ਕੀ ਆ 21 ਡਿਗਰੀ ਨਾਰਥ ਤੇ 24 ਡਿਗਰੀ ਨਾਰਥ ਦੇ ਲੈਟੀਟਿਊਡ ਦੇ ਡਿਵੀਜ਼ਨ ਕਰਦੀ ਆ। ਤੇ ਇਹਦੇ ਵਿੱਚ ਦੋ ਤਰ੍ਹਾਂ ਦੇ ਪਲੈਟਿਊਜ਼ ਬਣਦੇ ਆ, ਇੱਕ ਮਾਲਵਾ ਪਲੈਟਿਊਜ਼ ਤੇ ਇੱਕ ਡੈਕਨ ਪਲੈਟਿਊਜ਼। ਜਿਹੜੇ ਮਾਲਵਾ ਪਲੈਟਿਊਜ਼ ਨੇ ਉਹ ਕੀ ਆ ਇਹ ਲਾਰਜ ਪਾਰਟ ਹੈ ਵਾ ਸੈਂਟਰਲ ਹਾਈਲੈਂਡ ਦਾ ਵੀ ਇਹਦੇ ਵਿੱਚ ਸੈਂਟਰਲ ਲੈਂਡ ਮਿਲਦੀ ਆ ਤੇ ਕਾਫੀ ਹਾਈ ਹੁੰਦੀ ਆ। ਇਹ ਐਕਸਟੈਂਡ ਕਿੱਥੇ ਕੀਤੀ ਗਈ ਆ ਅਰਾਵਲੀ ਤੱਕ ਕੀਤੀ ਗਈ ਆ ਵੈਸਟ ਦੇ ਵਿੱਚ, ਤੇ ਗੰਗਾ ਵੈਲੀ ਜਿਹੜੀ ਆ ਇਹਦੇ ਨਾਰਥ ਤੇ ਈਸਟ ਦੇ ਵਿੱਚ ਹੁੰਦੀ ਆ। ਤੇ ਇਹਦੇ ਵਿੱਚ ਵਿਧਿਆਂਸ ਜਿਹੜਾ ਕੀ ਆ ਸਾਊਥ ਦੇ ਵਿੱਚ ਆ ਉਹ ਵੀ ਇਹਦੇ ਵਿੱਚ ਹੀ ਪੈਂਦਾ ਵਾ। ਤੇ ਅਰਾਵਲੀ ਜਿਹੜਾ ਵਾ ਇਹ ਰੈਜ਼ੀਡਿਊਸ਼ਲ ਮਾਊਂਟੇਨਸ ਰਿਫਲੈਕਟ ਕਰਦਾ ਵਾ। ਇਹ ਮੌਂਟਿਊ ਵੀ ਇਹ ਕੀ ਆ ਇਹਦੇ ਉੱਤੇ ਕੀ ਆ ਇਹ ਪਰਬਤ ਵੀ ਆ ਤੇ ਇੱਕ ਪਠਾਰ ਦੀ ਵੀ ਤਰ੍ਹਾਂ ਵੀ ਆ। ਇਹਦੀ ਹਾਈਐਸਟ ਜਿਹੜੀ ਪੀਕ ਆ ਉਹ ਕੀ ਆ ਮਾਊਂਟ ਆਬੂ ਆ, ਜਿਹਦੀ ਕਿੰਨੀ ਆ 1158 ਮੀਟਰ ਆ ਜਿਹੜੀ। ਤੇ ਗੁਰੂ ਸ਼ਿਖਰ ਜਿਹੜੀ ਆ ਉਹ 1722 ਕਿਲੋਮੀਟਰ ਤੱਕ ਆ। ਤੇ ਇਹਦੇ ਵਿੱਚ ਕੀ ਆ ਇਹ ਪਲੈਟਿਊ ਜਿਹੜੇ ਨੇ ਇਹ ਬੁਲਖੇਂਦ ਖੰਡ ਤੇ ਚੰਬਲ ਦੀ ਵੈਲੀ ਜਿਹੜੀ ਆ ਇਹਦੇ ਵਿੱਚ ਆਉਂਦੀ ਆ। ਤੇ ਇਹਦੇ ਵਿੱਚ ਵਿਦਿਆਪਰ ਪਲੈਟਿਊ ਜਿਹੜਾ ਵਾ ਉਹ ਕੰਸਿਸਟ ਕਰਦਾ ਵਾ ਲਾਰਜਰ ਨੈਰੋ ਏਰੀਆ ਕਲੈਕਟ ਕਰਦਾ ਵਾ। ਇਟ ਇਜ਼ ਐਕਸਟੈਂਡ ਟੂ ਦੀ ਆ ਮੈਦਾਨੋ ਹਿਲਸ, ਖੁਵਾਰੋਸ ਹਿਲ, ਮੈਖਲ ਰੇਂਜ ਤੇ ਰਾਜ ਮਹਿਲ ਹਿਲਸ ਇੰਡੀਆ ਈਸਟ। ਇਹਦੇ ਵਿੱਚ ਜਿਹੜੇ ਈਸਟ ਦੇ ਵਿੱਚ ਇਹ ਤੁਹਾਨੂੰ ਦੱਸੇ ਗਏ ਨੇ। ਫਿਰ ਹੈਗਾ ਵਾ ਵਿਦਿਆਂਸ, this range was to the extent to the west into the north of to the river ਨਰਮਦਾ। ਇਹ ਵਿਦਿਆਂਸ ਜਿਹੜੀ ਆ ਇਹ ਰਿਵਰ ਜਿਹੜੀ ਆ ਐਕਸਟੈਂਡ ਕਰਦੀ ਆ ਈਸਟ ਤੋਂ ਵੈਸਟ ਦੇ ਵਿੱਚ, ਨਾਰਥ ਦੇ ਵਿੱਚ ਨਰਮਦਾ ਰਿਵਰ ਦੇ ਵਿੱਚ ਜਾਂਦੀ ਆ। ਇਹ ਸੈਪਰੇਟ ਕਰਦੀ ਆ ਨਾਰਥ ਇੰਡੀਆ ਨੂੰ ਸਾਊਥ ਇੰਡੀਆ ਤੋਂ। ਤੇ ਜਿਹੜੀ ਐਵਰੇਜ ਹਾਈਟ ਆ ਉਹ ਕਿੰਨੀ ਆ 300 ਮੀਟਰ ਤੱਕ ਆ। ਇਹਦਾ ਸਟਾਰਟਿੰਗ ਪੁਆਇੰਟ ਕੀ ਆ ਗੁਜਰਾਤ ਦੇ ਵੈਸਟ ਤੋਂ ਆ ਤੇ ਇਹ ਕਿੱਥੇ ਤੱਕ ਜਾਂਦੀ ਆ ਬਿਹਾਰ ਤੱਕ ਜਾਂਦੀ ਆ। ਤੇ ਈਸਟ ਦੇ ਵਿੱਚ ਇਹ ਪਾਸ ਥਰੂ ਹੁੰਦੀ ਹੋਈ ਵਿਦਿਆਨ ਪ੍ਰਦੇਸ਼ ਤੱਕ ਇਹ ਚਲੀ ਜਾਂਦੀ ਹੈ। ਜਾਣੀ ਕਿ ਇਹ ਜਿਹੜਾ ਇਹ ਵਾਲੀ ਵਿਦਿਆਂਸ ਆ ਇਹ ਕੀ ਆ ਗੁਜਰਾਤ ਨੂੰ ਈਸਟ ਵੈਸਟ ਤੋਂ ਲੈ ਕੇ ਬਿਹਾਰ ਦੇ ਈਸਟ ਤੱਕ ਇਹਨੂੰ ਅਲੱਗ ਕਰਦੀ ਹੈ। ਨੈਕਸਟ ਹੈਗਾ ਵਾ ਸਤਪੁਰਾ। ਜਿਹੜੀ ਸਤਪੁਰਾ ਕੀ ਆ ਇੱਕ ਰੇਂਜ ਮੰਨੀ ਜਾਂਦੀ ਹੈ, ਯਾਨੀ ਕਿ ਮਾਊਂਟੇਨ ਰੇਂਜ ਆ ਜਿਹੜੀ ਕਿ ਨਰਮਦਾ ਤੇ ਤਪਤੀ ਰਿਵਰ ਦੇ ਵਿਚਾਲੇ ਪੈਂਦੀ ਹੈ। ਇਹਦੀ ਐਕਸਟੈਂਸ਼ਨ ਜਿਹੜੀ ਆ ਉਹ ਗੁਜਰਾਤ ਦੇ ਵੈਸਟ ਤੋਂ ਲੈ ਕੇ ਅਮਰਕਾਂਟਕ ਵੈਸਟ ਈਸਟ ਤੱਕ ਜਾਂਦੀ ਆ। ਇਹਦੇ ਵਿੱਚ ਦੁਪਗੜ ਜਿਹੜੀ ਕਿ 1350 ਕਿਲੋਮੀਟਰ ਤੱਕ ਜਿਹੜੀ ਹੈ ਇਹਦੀ ਹਾਈਐਸਟ ਪੁਆਇੰਟ ਮੰਨੀ ਜਾਂਦੀ ਹੈ ਇਸ ਰੇਂਜ ਦੀ। ਫਿਰ ਆ ਜਾਂਦਾ ਡੈਕਨ ਪਲੈਟਿਊਜ਼
ਜਿਹੜੇ ਡੈਕਨ ਪਲੇਟਿਊਜ਼ ਨੇ ਉਹ ਨਾਰਥ ਸਾਈਡ ਦੇ ਵਿੱਚ ਨਰਮਦਾ ਰਿਵਰ ਦੇ ਵਿੱਚ ਪੈਂਦੇ ਆ, ਤੇ ਇਹਦੇ ਆਲੇ ਦੁਆਲੇ ਸਾਰੇ ਪਾਸੇ ਕੀ ਨੇ, ਮਾਊਂਟੇਨ ਰੇਂਜ ਨੇ। ਤਿੰਨ ਸਾਈਡਸ ਤੋਂ ਵੈਸਟ ਘਾਟ ਤੇ ਈਸਟ ਘਾਟ ਤੇ ਸਪਤਪੁਰਾ ਦੇ ਤਿੰਨ ਸਾਈਡ ਤੋਂ ਇਹ ਘਿਰੀ ਹੋਈ ਆ। ਨਰਮਦਾ ਤੇ ਤਪਤੀ ਰਿਵਰਸ ਜਿਹੜੀਆਂ ਨੇ ਇਹਦੇ ਰਾਈਟ ਸਾਈਡ ਦੇ ਉੱਤੇ ਵੈਲੀਜ਼ ਨੇ, ਜਿਹੜੀ ਕਿ ਇਹਨੂੰ ਸਪਤਿਆ ਤੇ ਵਿਧਿਆਂਸ ਤੋਂ ਅਲੱਗ ਕਰਦੀ ਆ। ਜਿਹੜਾ ਕਰਨਾਟਕ ਜਿਹੜੇ ਪਲੇਟਿਊਜ਼ ਨੇ ਉਹ ਈਸਟਰਨ ਘਾਟ ਤੇ ਵੈਸਟਰਨ ਘਾਟ ਦੇ ਵਿਚਾਲੇ ਪੈਂਦੀ ਆ, ਤੇ ਡੈਕਨ ਜਿਹੜਾ ਪਲੇਟਿਊ ਆ ਉਹ ਕੀ ਆ, ਜਰਨਲੀ ਜਿਹੜਾ ਵਾ ਉਹ ਈਸਟਰਨ ਵਰਡ ਸਲੋਪ ਆ, ਯਾਨੀ ਕਿ ਇਹਦੀ ਈਸਟਰਨ ਦੇ ਵੱਲ ਜ਼ਿਆਦਾ ਸਲੋਪ ਮੰਨੀ ਜਾਂਦੀ ਆ। ਨੈਕਸਟ ਹੈਗਾ ਵੀ ਇਹਦਾ ਕਵਰ ਇਹ ਏਰੀਆ ਕਰਦੀ ਆ 70 ਲੱਖ ਸਕੁਅਰ ਕਿਲੋਮੀਟਰ ਤੱਕ ਏਰੀਆ ਕਵਰ ਕਰਦੀ ਆ, ਤੇ ਇਹਦੀ ਐਵਰੇਜ ਹਾਈਟ ਜਿਹੜੀ ਕਰਦੀ ਆ ਉਹ ਵੇਰੀ ਕਰਦੀ ਆ 500 ਤੋਂ ਲੈ ਕੇ 1000 ਮੀਟਰ ਤੱਕ ਦੇ ਵਿੱਚ ਕਰਦੀ ਆ। ਤੇ ਇਹ ਜਿਹੜੀਆਂ ਰਿਵਰਸ ਨੇ ਇਹਨਾਂ ਨੂੰ ਡਿਵਾਈਡ ਕਰਦੀ ਆ ਪਲੇਟਿਊਜ਼ ਨੂੰ ਮੈਨੀ ਸਬ ਡਿਵੀਜ਼ਨ ਦੇ ਵਿੱਚ, ਯਾਨੀ ਕਿ ਕਈ ਸਬ ਡਿਵੀਜ਼ਨ ਦੇ ਵਿੱਚ ਕਰਦੇ ਆ, ਜਿਵੇਂ ਨਾਰਥ ਵੈਸਟ ਦੇ ਡੈਕਨਸ, ਤੇ ਫਿਰ ਆ ਜਾਂਦਾ ਪਲੇਟਿਊਜ਼। ਇਹ ਮੇਡ ਅਪ ਟੂ ਦੀ ਆ ਲਾਵਾ, ਤੇ ਇਹਨੂੰ ਨੋਨ ਕਿਹਾ ਜਾਂਦਾ ਵਾ ਡੈਕਨ ਤਪਤ, ਇਹਨੂੰ ਡੈਕਨ ਤਪਤ ਵੀ ਕਿਹਾ ਜਾਂਦਾ ਵਾ। ਫਿਰ ਆ ਜਾਂਦਾ ਵੈਸਟਰਨ ਘਾਟ, ਜਿਹੜਾ ਵੈਸਟਰਨ ਘਾਟ ਆ ਜਿੱਥੇ ਕਿ ਗੁਜਰਾਤ ਸਾਈਡ ਪੈਂਦੇ ਆ, ਤਾਂ ਉੱਥੇ ਕੀ ਆ ਇਹ ਤਪਤੀ ਵੈਲੀਜ਼ ਤੱਕ ਐਕਸਟੈਂਡ ਕਰਦੀ ਹੈ, ਕੰਨਿਆ ਕੁਮਾਰੀ ਤੱਕ, ਯਾਨੀ ਕਿ ਨੀਚੇ ਤੱਕ ਚਲੀ ਜਾਂਦੀ ਹੈ। ਕਿੰਨੀ ਆ 1500 ਕਿਲੋਮੀਟਰ ਤੱਕ ਪੈਂਦੀ ਆ। ਇਹ ਤਿੰਨ ਤਰ੍ਹਾਂ ਦੀ ਇਹਦੇ ਵਿੱਚ ਪਾਸ ਹੁੰਦੀ ਹੈ, ਜਿਵੇਂ ਥਾਲ ਘਾਟ ਹੋ ਗਈ, ਭਾਲ ਘਾਟ ਹੋ ਗਈ ਤੇ ਪਾਲ ਘਾਟ ਹੋ ਗਈ। ਇਹ ਤਿੰਨ ਘਾਟ ਨੇ ਯਾਦ ਰੱਖਣੇ ਆ ਤੁਸੀਂ। ਫਿਰ ਇਹ ਜਿਹੜੀ ਰੇਂਜ ਆ ਇਹ ਕੀ ਆ, ਐਟਰੀਬਿਊਟਡ ਆ ਤੇ ਕੋਸਟਲ ਏਰੀਆ ਇਹਦੇ ਕੋਲ ਪੈਂਦਾ ਵਾ, ਤਾਂ ਕਰਕੇ ਇੱਥੇ ਜਿਹੜੇ ਸਟਰੀਮ ਆ, ਯਾਨੀ ਕਿ ਜਿਹੜੇ ਲੋਅਰ ਤੇ ਅੱਪਰ ਸਟਰੀਮ ਆ ਉਹ ਇੱਥੋਂ ਦੀ ਫਲੋ ਕਰਦੀਆਂ ਰਹਿੰਦੀਆਂ ਨੇ। ਤੇ ਵੈਸਟ ਘਾਟ ਦੇ ਵਿੱਚ ਇੱਥੇ ਡੈਲਟਾ ਜਿਹੜਾ ਬਣਨਾ ਉਹ ਪੋਸੀਬਲ ਨਹੀਂ ਹੁੰਦਾ ਹੈਗਾ ਵਾ। ਇਹਦੀ ਐਵਰੇਜ ਹਾਈਟ ਜਿਹੜੀ ਆ ਉਹ 1200 ਮੀਟਰ ਤੱਕ ਚਲੀ ਜਾਂਦੀ ਹੈ। ਗੋਦਾਵਰੀ, ਕ੍ਰਿਸ਼ਨਾ, ਇਹ ਜਿਹੜੀਆਂ ਰਿਵਰਸ ਇਹਦੀਆਂ ਮੇਨ ਰਿਵਰਸ ਮੰਨੀਆਂ ਜਾਂਦੀਆਂ ਨੇ। ਫਿਰ ਆ ਜਾਂਦਾ ਈਸਟਰਨ ਘਾਟ। ਈਸਟਰਨ ਘਾਟ ਜਿਹੜਾ ਵਾ ਐਕਸਟੈਂਡ ਕਰਦਾ ਵਾ 800 ਕਿਲੋਮੀਟਰ ਤੱਕ, ਮਹਾਨੰਦੀ ਵੈਲੀ ਤੱਕ, ਤੇ ਅਪ ਟੂ ਦੀਆਂ ਨੀਲਗਿਰੀ ਤੱਕ ਇਹ ਚਲੇ ਜਾਂਦੇ ਆ। ਦੀਜ਼ ਆਰ ਟੂ ਬੀ ਨਾਟ ਟੂ ਬੀ ਕੰਟੀਨਿਊਸਲੀ ਰੇਂਜ, ਇਹ ਕੰਟੀਨਿਊਸ ਰੇਂਜ ਨਹੀਂ ਰਹਿੰਦੀ ਹੈਗੀ। ਇਹ ਰਿਵਰ ਦੇ ਜੇਕਰ ਵਾਈਡ ਹੋ ਜਾਂਦੀ ਆ ਤਾਂ ਇਹਦਾ ਗੈਪ ਜ਼ਿਆਦਾ ਵੱਡਾ ਹੋ ਜਾਂਦਾ ਵਾ, ਤੇ ਕਈ ਵਾਰ ਇਹ ਕੀ ਆ ਇਹਦੇ ਦੱਸਿਆ ਗਿਆ ਵੀ ਇਹ ਸਾਊਥ ਪਾਰਟ ਦੇ ਵਿੱਚ ਵੀ ਮਿਲਦੀ ਆ। ਨੈਕਸਟ ਹੈਗਾ ਵਾ ਨੀਲਗਿਰੀਜ਼, ਜਿਹੜਾ ਵੈਸਟਰਨ ਤੇ ਈਸਟਰਨ ਘਾਟ ਆ ਉਹਦੇ ਜਿਹੜਾ ਦੋਹਾਂ ਨੂੰ ਜੁਆਇਨ ਕਰਦੀ ਆ, ਤੇ ਇਹਦੇ ਸਾਊਥ ਦੇ ਵਿੱਚ ਜਿਹੜਾ ਬਣਦਾ ਵਾ ਉਹਨੂੰ ਕੀ ਕਿਹਾ ਜਾਂਦਾ, ਨੀਲਗਿਰੀ ਕਿਹਾ ਜਾਂਦਾ ਵਾ। ਦਾਦਾ ਬੇਟਾ ਜਿਹੜਾ ਵਾ 2637 ਮੀਟਰ ਦੀ ਸਭ ਤੋਂ ਉੱਚੀ ਪੀਕ ਮੰਨੀ ਗਈ ਆ ਨੀਲਗਿਰੀ ਦੀ। ਇਹ ਸੀਗੇ ਤੁਹਾਡੇ ਕੁਝ ਕੁ ਇੰਪੋਰਟੈਂਟ ਲੌਂਗ ਕੁਐਸਚਨ ਆਨਸਰਸ। ਇਸ ਦੇ ਨਾਲ ਮੈਂ ਆਪਣਾ ਜਿਹੜਾ ਚੈਪਟਰ ਹੈ ਕੰਪਲੀਟ ਕਰਦਾ ਹਾਂ। ਜਿਹੜੇ ਬਾਕੀ ਜਿਹੜੇ ਕੁਐਸਚਨ ਬਚਣਗੇ ਉਹ ਤੁਸੀਂ ਆਪ ਵੀ ਲਰਨ ਕਰ ਸਕਦੇ ਹੋ, ਪਰ ਇਹ ਕੁਐਸਚਨ ਜ਼ਿਆਦਾ ਇੰਪੋਰਟੈਂਟ ਸੀ ਤਾਂ ਕਰਕੇ ਮੈਂ ਇਸ ਸੈਸ਼ਨ ਦੇ ਵਿੱਚ ਸ਼ੇਅਰ ਕੀਤੇ। ਆਈ ਹੋਪ ਤੁਹਾਨੂੰ ਇਹ ਸੈਸ਼ਨ ਸਮਝ ਆਇਆ ਹੋਵੇਗਾ ਤੇ ਤੁਹਾਨੂੰ ਇਸ ਦੇ ਵਿੱਚੋਂ ਨੌਲੇਜ ਵੀ ਮਿਲੀ ਹੋਵੇਗੀ। ਤੁਸੀਂ ਇਹ ਸਾਰੇ ਕੁਐਸਚਨ ਆਨਸਰ ਆਪਣੀ ਕਾਪੀ ਦੇ ਉੱਤੇ ਐਜ਼ ਇਟ ਇਜ਼ ਦੇ ਨੋਟ ਡਾਊਨ ਕਰਨੇ ਆ। ਜੇਕਰ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।